ਅੱਜ ਗੱਲ ਕਰਾਂਗੇ ਸੱਥਾਂ ਵਾਲੇ ਪ੍ਰੋਗਰਾਮ ਦੇ ਤਹਿਤ ਪਿੰਡ ਰੋੜੀ ਕਪੂਰਾ ਦੀ। ਪਿੰਡ ਰੋੜੀ ਕਪੂਰਾ ਫਰੀਦਕੋਟ ਜ਼ਿਲ੍ਹੇ ਦਾ ਇੱਕ ਕਾਫੀ ਵੱਡਾ ਪਿੰਡ ਹੈ, ਵੱਡੀ ਜਨਸੰਖਿਆ ਹੈ। 3 ਕਿਸਾਨ ਜਥੇਬੰਦੀਆਂ ਮੁੱਖ ਰੂਪ ਦੇ ਵਿੱਚ ਇੱਥੇ ਐਕਟਿਵ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, 3 ਜਥੇਬੰਦੀਆਂ ਦਾ ਪੂਰਾ ਪ੍ਰਭਾਵ ਹੈ। ਗੱਲ ਇਹਨਾਂ ਤੋਂ ਵੀ ਉਹੀ ਪੁੱਛਣੀ ਹੈ ਕਿ ਕੀ ਇਹਨਾਂ ਦੇ ਪਿੰਡ ਦੇ ਵਿੱਚ ਮਾਹੌਲ ਹੈ, ਇਹਨਾਂ ਦੀ ਸੱਥ ਦੇ ਵਿੱਚ ਮਾਹੌਲ ਹੈ। ਦਿੱਲੀ ਲੱਗੇ ਕਿਸਾਨੀ ਮੋਰਚੇ ਨੂੰ ਲੈ ਕੇ ਕੀ ਸੋਚਦੇ ਨੇ ਪਿੰਡ ਵਾਲੇ? ਦਿੱਲੀ ਲੱਗੇ ਕਿਸਾਨੀ ਮੋਰਚੇ ਨੂੰ ਲੈ ਕੇ ਕੀ ਕਮਜ਼ੋਰੀ ਆਈ ਹੈ ਮੋਰਚੇ ਦੇ ਵਿੱਚ, ਜਾਂ ਇਹ ਅਫਵਾਹ ਹੈ? ਪਿੰਡ ਦੀ ਸੱਥ ਨੂੰ ਪਿੰਡ ਦੀ ਸੰਸਦ ਕਿਹਾ ਜਾਂਦਾ ਹੈ। ਤੋਂ ਬਾਅਦ ਤਾਂ ਨੌਜਵਾਨ ਹੁਣ ਮੋਰਚੇ 'ਚ ਹੀ ਨਹੀਂ ਜਾ ਰਹੇ। ਜਿਹੜਾ ਪ੍ਰਚਾਰਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ, ਕਿੰਨੀ ਕੁ ਸੱਚਾਈ ਹੈ? ਨਹੀਂ, ਇਹਦੇ 'ਚ ਹੀ ਕੋਈ ਸੱਚਾਈ ਨਹੀਂ ਗੀ। ਨੌਜਵਾਨ ਪਹਿਲਾਂ ਵੀ ਮੋਰਚੇ ਦੇ ਨਾਲ ਸੀਗੇ, ਹੁਣ ਵੀ ਮੋਰਚੇ ਦੇ ਨਾਲ ਆ। ਅਸੀਂ ਇਸ ਵਕਤ ਮੌਜੂਦ ਹਾਂ ਪਿੰਡ ਰੋੜੀ ਕਪੂਰਾ ਦੀ ਸੱਥ ਦੇ ਵਿੱਚ। ਸੱਥਾਂ ਵਾਲੇ ਕੀ ਕਹਿੰਦੇ ਆ ਕਿਸਾਨੀ ਅੰਦੋਲਨ ਬਾਰੇ ਹੁਣ ਜਾਣਾਂਗੇ, ਗੱਲ ਕਰਾਂਗੇ ਹਰ ਪਿੰਡ ਦੇ ਵਾਸੀ ਦੇ ਨਾਲ, ਉਹਨਾਂ ਤੋਂ ਪੁੱਛਾਂਗੇ ਕੀ ਸੋਚਦੇ ਨੇ, ਕਿਵੇਂ ਡਿਊਟੀਆਂ ਲਾਈਆਂ ਨੇ, ਕਿਵੇਂ ਜਾ ਰਹੇ ਨੇ ਅੰਦੋਲਨ ਦੇ ਵਿੱਚ। ਕਮੀ ਆਈ ਹੈ ਅੰਦੋਲਨ ਦੇ ਵਿੱਚ ਜਾਂ ਅਫਵਾਹ ਹੈ? ਕੀ ਨੌਜਵਾਨਾਂ ਦਾ ਜਿਹੜਾ ਉਤਸ਼ਾਹ ਘਟਿਆ ਜਾਂ ਇਹ ਵੀ ਅਫਵਾਹ ਹੈ? ਇਹ ਸਾਰਾ ਸੱਚ ਜਾਣਾਂਗੇ ਪਿੰਡ ਦੇ ਲੋਕਾਂ ਤੋਂ, ਪਿੰਡ ਦੀ ਸੰਸਦ ਤੋਂ, ਪਿੰਡ ਦੀ ਸੱਥ ਵਿੱਚ ਬੈਠੇ ਉਹਨਾਂ ਤੋਂ, ਜੋ ਰਾਜਨੀਤੀਆਂ ਵੀ ਘੜਦੇ ਆ, ਜੋ ਅੰਦੋਲਨ ਵੀ ਚਲਾਉਂਦੇ ਆ, ਤੇ ਜੋ ਹਰ ਇੱਕ ਜਿਹੜੀ ਜਾਣਕਾਰੀ ਹੈ ਉਹ ਲੋਕਾਂ ਤੱਕ ਪਹੁੰਚਾਉਂਦੇ ਆ, ਜਿਹੜੀ ਉੱਪਰੋਂ ਆਉਂਦੀ ਆ, ਜਾਂ ਪਿੰਡ ਦੀ ਜਾਣਕਾਰੀ ਉੱਪਰ ਤੱਕ ਪਹੁੰਚਾਉਣੀ ਸੱਥ ਦਾ ਕੰਮ ਹੁੰਦਾ। ਤਾਂ ਸੱਥਾਂ ਵਾਲਿਆਂ ਨਾਲ ਗੱਲਬਾਤ ਕਰਦੇ ਆ। ਪਿੰਡ ਰੋੜੀ ਕਪੂਰਾ ਦੀ ਸੱਥ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਹੈ, ਪਿੰਡ ਵਾਸੀ ਆ, ਉਹ ਮੌਜੂਦ ਹੈ। ਜਾਣਦੇ ਆ ਉਹਨਾਂ ਤੋਂ ਕਿ ਕੀ ਉਹਨਾਂ ਦੇ ਵਿਚਾਰ ਹੈ ਮੋਰਚੇ ਬਾਰੇ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਲੰਧਰ ਸਿੰਘ ਹੈ ਜੀ। ਜਲੰਧਰ ਸਿੰਘ ਜੀ, ਜਲੰਧਰ ਸਿੰਘ ਜੀ, ਕੀ ਲੱਗਦਾ ਹੈ ਕਿ ਜਿਹੜਾ ਦਿੱਲੀ ਮੋਰਚੇ ਬਾਰੇ ਕਿਹਾ ਜਾਂਦਾ ਕਿ ਹੁਣ ਜਿਹੜੀ ਹੈ ਮੋਰਚਾ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ, ਕੀ ਇਹ ਸੱਚਾਈ ਕੀ ਹੈ ਇਹਦੀ? ਨਹੀਂ ਜੀ, ਇਹ ਤਾਂ ਸਿਰਫ ਅਫਵਾਹਾਂ ਹਨ ਤੇ ਕੁਛ ਜੋ ਨੈਸ਼ਨਲ ਟੀਵੀ ਵਾਲੇ ਆ ਉਹ ਸਰਕਾਰ ਦੇ ਦਬਾਅ 'ਚ ਹੈ ਤੇ ਸਰਕਾਰ ਦੀਆਂ ਗੱਲਾਂ ਕਰਦੇ ਆ, ਉਹ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਪਰ ਜੋ ਅਸਲੀਅਤ ਦਾ ਸੱਚ ਹੈ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਆਪਾਂ ਦੇਖਦੇ ਆ, ਤੇ ਜੋ ਪ੍ਰਾਈਵੇਟ ਚੈਨਲਾਂ ਵਾਲੇ ਆ ਉਹ ਵੀ ਵੀਰ ਦਿਖਾਉਂਦੇ ਆ। ਉੱਥੇ ਇਕੱਠ ਘਟਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਰਹਿ ਰਹੇ ਹਾਂ। ਸਾਡੇ ਪਿੰਡਾਂ ਦੇ ਵਿੱਚੋਂ ਦੂਜੇ ਤੀਜੇ ਦਿਨ 20-20 30-30 ਜਥੇਬੰਦੀਆਂ ਦੇ ਵੀਰ ਗੱਡੀਆਂ ਚੜ੍ਹਦੇ, ਅਸੀਂ ਚੜ੍ਹਾ ਕੇ ਆਉਣੇ ਆ। ਤਾਂ ਇੱਥੋਂ ਜੋ ਵੀ ਪਲਾਨ ਉਹਨਾਂ ਦਾ, ਸਾਡੇ ਦਿੱਲੀ ਬੈਠੇ ਵੀਰਾਂ ਦਾ ਹੁੰਦਾ, ਯੂਨੀਅਨਾਂ ਦਾ, ਉਹ ਸਾਰਾ ਅਸੀਂ ਪਲਾਨ ਇੱਥੇ ਤਿਆਰ ਕਰਕੇ ਹੂ ਬਹੂ ਉਸੇ ਤਰ੍ਹਾਂ ਅਸੀਂ ਜਾ ਕੇ ਉੱਥੇ ਪੂਰਾ ਇਕੱਠ ਕਰਦੇ ਹਾਂ। ਤੇ ਇਸੇ ਤਰ੍ਹਾਂ ਅਸੀਂ ਇਕੱਠ ਦੇ ਵਿੱਚ ਡਟੇ ਰਹਿਣਾ, ਭਾਵੇਂ ਸਾਨੂੰ 2 ਸਾਲ ਲੱਗ ਜਾਣ, 3 ਸਾਲ ਲੱਗ ਜਾਣ। ਇੰਨਾ ਜੋਸ਼ ਹੈ ਪਿੰਡਾਂ ਦੇ ਵਿੱਚ, ਇੰਨਾ ਗੁੱਸਾ ਵੀ ਹੈ ਸਰਕਾਰ ਦੇ ਪ੍ਰਤੀ। ਤੇ ਮੈਂ ਤਾਂ ਤੁਹਾਡੇ ਚੈਨਲ ਦੇ ਰਾਹੀਂ ਬੇਨਤੀ ਵੀ ਕਰਦਾ ਕਿ ਲੋਕ ਵੱਡੇ ਹੁੰਦੇ ਹਨ ਤੇ ਆਪਣੇ ਨਰਿੰਦਰ ਮੋਦੀ ਜੀ ਲੋਕਾਂ ਦੇ ਜੋ ਪੱਖ ਹੈ, ਲੋਕਾਂ ਦੀ ਗੱਲ ਸੁਣ ਕੇ ਜੋ ਕਾਲੇ ਕਾਨੂੰਨ ਹੈ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਤੇ ਲੋਕਾਂ 'ਚ ਖੁਸ਼ੀ ਦਾ ਮਾਹੌਲ ਹੋ ਜਾਊਗਾ। ਇਸੇ ਤਰ੍ਹਾਂ ਕਿਉਂਕਿ ਉਹ ਦੇਸ਼ ਦਾ ਰਾਜਾ ਹੈ। ਸਾਡਾ ਜਿਹੜੀ ਸਰਕਾਰ ਹੁੰਦੀ ਆ, ਮਾਂ ਪਿਓ ਹੁੰਦੀ ਹੈ, ਤੇ ਮਾਂ ਪਿਓ ਕਦੇ ਵੀ ਆਪਣੇ ਬੱਚਿਆਂ ਨੂੰ ਦੁੱਖ ਨਹੀਂ ਦਿੰਦੇ। ਸੋ ਇਸ ਵਾਸਤੇ ਮੈਂ ਤਾਂ ਬੇਨਤੀ ਕਰਦਾ ਕਿ ਉਹ 3 ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਆਪਣੇ ਨਾਲ ਜੋੜਨ। ਬਹੁਤ ਬਹੁਤ ਧੰਨਵਾਦ ਜੀ। ਸਾਡੇ ਨਾਲ ਇੱਥੇ ਮੌਜੂਦ ਨੇ ਦੀਪ ਸਿੱਧੂ, ਨਾਲ ਫਿਲਮ ਦੇ ਵਿੱਚ ਕੰਮ ਕਰ ਚੁੱਕੇ ਨੇ, ਅਕਸ਼ੇ ਕੁਮਾਰ ਨਾਲ ਵੀ ਪਿੰਡ ਪਿੰਡ ਜਾ ਕੇ ਨਾਟਕ ਕਰ ਰਹੇ ਨੇ, ਰੰਗਮੰਚ ਦੇ ਕਲਾਕਾਰ ਨੇ, ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ। ਉਹ ਵੀ ਅੱਜ ਇੱਥੇ ਪਹੁੰਚੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੀ ਲੱਗ ਰਿਹਾ ਜਿਹੜੀ ਤੁਸੀਂ ਪਿੰਡ ਪਿੰਡ ਜਾ ਰਹੇ ਹੋ, ਆਪ ਨਾਟਕ ਕਰ ਰਹੇ ਹੋ, ਕਿਵੇਂ ਦਾ ਮਾਹੌਲ ਲੱਗ ਰਿਹਾ? ਕਿਹਾ ਜਾ ਰਿਹਾ ਕਿ ਕਮਜ਼ੋਰ ਹੋਇਆ ਮੋਰਚਾ, ਕੀ ਤੁਸੀਂ ਪਿੰਡਾਂ 'ਚ ਕੀ ਸਾਰੀ ਸਥਿਤੀ ਦੇਖੀ ਹੈ, ਸਾਂਝੀ ਕਰੋ। ਨਹੀਂ, ਕਮਜ਼ੋਰ ਮੋਰਚਾ ਜਿਹੜੀ ਇਹ ਤਾਂ ਅਫਵਾਹ ਹੈ। ਜਿੱਥੇ ਵੀ ਅਸੀਂ ਜਾਂਦੇ ਹਾਂ ਪਿੰਡਾਂ ਦੇ ਵਿੱਚ ਦੇਖਿਆ, ਮਾਹੌਲ ਦੇਖਿਆ, ਔਰ ਪਿੰਡਾਂ ਦੇ ਬਜ਼ੁਰਗਾਂ ਦਾ, ਨੌਜਵਾਨਾਂ ਦਾ ਜਿਹੜਾ ਹੁੰਗਾਰਾ ਹੈ ਉਹ ਤਾਂ ਇਹੀ ਚੱਲ ਰਿਹਾ ਕਿ ਸੰਘਰਸ਼ ਅੱਗੇ ਨਾਲੋਂ ਵੀ ਮਜ਼ਬੂਤ ਹੋ ਰਿਹਾ, ਪਹਿਲਾਂ ਨਾਲੋਂ ਵੀ ਹੋਰ ਜ਼ਿਆਦਾ ਮਜ਼ਬੂਤ ਹੋ ਰਿਹਾ। ਔਰ ਜਿਹੜਾ ਇਹ ਕਹਿ ਰਿਹਾ ਕਮਜ਼ੋਰ ਹੋ ਰਿਹਾ, ਇਹ ਤਾਂ ਤੁਹਾਨੂੰ ਪਤਾ ਹੀ, ਜਿਵੇਂ ਨੈਸ਼ਨਲ ਮੀਡੀਆ ਵਿਕਿਆ ਹੋਇਆ ਮੀਡੀਆ, ਉਹਨਾਂ ਨੇ ਤਾਂ ਗੱਲ ਫਿਰ ਉਸ ਪੱਖ ਦੀ ਕਰਨੀ ਨਾ ਜਿਹੜੇ ਪੱਖ ਦੇ ਉਹ ਪੈਸੇ ਖਾਂਦੇ ਆ, ਤਾਂ ਉਹ ਉਧਰ ਦੀ ਗੱਲ ਕਰਦੇ ਆ, ਉਹਨਾਂ ਨੇ ਕਿਸਾਨਾਂ ਦੀ ਗੱਲ ਤਾਂ ਕਰਨੀ ਨਹੀਂ। ਜਿਵੇਂ ਕਹਿੰਦੇ ਆ ਕਿ ਜਦੋਂ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ 26 ਜਨਵਰੀ ਦੀ ਘਟਨਾ ਤੋਂ ਬਾਅਦ, ਲੱਖਾ ਸਿਧਾਣਾ
ਤੇ ਪਰਚਾ ਦਰਜ ਹੋਇਆ, 1 ਲੱਖ ਰੁਪਏ ਦਾ ਨਾਮ ਰੱਖ ਦਿੱਤਾ ਗਿਆ। ਉਸ ਤੋਂ ਬਾਅਦ ਕਹਿੰਦਾ ਕਿਹੜਾ ਨੌਜਵਾਨ ਹੈ ਉਹ ਮੋਰਚੇ ਤੋਂ ਦੂਰ ਹੁੰਦਾ ਜਾ ਰਿਹਾ। ਇਹ ਅਸਲ ਇਹਦੀ ਸੱਚਾਈ ਕੀ ਹੈ? ਨਹੀਂ ਇਹ ਵੀ ਝੂਠ ਹੈ। ਜਿਹੜੇ ਵੀ ਇਹ ਮੁੱਦੇ ਠਾਏ ਗਏ ਆ ਇਹ ਮੋਰਚੇ ਨੂੰ ਖਰਾਬ ਕਰਨ ਵਾਸਤੇ ਹੀ, ਇਹ ਸਾਰੀਆਂ ਜਿਹੜੀਆਂ ਲੱਖ ਰੁਪਈਆ ਫਲਾਨਾ ਆਹ ਨਾਮ ਰੱਖਤਾ, ਇਹ ਸਾਰੀਆਂ ਮੋਰਚੇ ਨੂੰ ਖਰਾਬ ਕਰਨ ਦੀਆਂ ਸਥਿਤੀਆਂ ਸੀਗੀਆਂ ਜਿਹੜੀਆਂ 'ਚ ਕਿ ਉਹ ਕਾਮਯਾਬ ਨਹੀਂ ਹੋ ਸਕੇ। ਔਰ ਜਿਹੜੇ ਨੌਜਵਾਨ ਅੱਜ ਵੀ ਮੋਰਚੇ ਦੇ ਨਾਲ ਹੈ ਔਰ ਹਮੇਸ਼ਾ ਡਟੇ ਰਹਿਣਗੇ, ਇਹਦੇ 'ਚ ਕੋਈ ਕਮੀ ਨਹੀਂ ਆਈ। ਤੁਸੀਂ ਸਾਥੀ ਰਹੇ ਹੋ ਦੀਪ ਸਿੱਧੂ ਤੇ ਵੀ ਸਵਾਲ ਉੱਠਦੇ ਆ ਕਿ ਦੀਪ ਸਿੱਧੂ ਭਾਜਪਾ ਦਾ ਬੰਦਾ, ਆਰਐਸਐਸ ਦਾ ਬੰਦਾ ਹੈ, ਕੀ ਸੱਚਾਈ ਹੈ ਇਹਦੀ? ਇਹਦੇ ਬਾਰੇ ਦੇਖੋ ਅੰਦਰੂਨੀ ਗੱਲਾਂ ਕੀ ਨੇ, ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ। ਬਾਕੀ ਜਿੱਥੇ ਆਵਾਜ਼ ਉੱਠਣ ਦੀ ਗੱਲ ਆ, ਸਵਾਲ ਉੱਠਣ ਦੀ ਗੱਲ ਆ, ਤਾਂ ਤੁਸੀਂ ਕੋਈ ਵੀ ਚੰਗਾ ਕੰਮ ਕਰੋ, ਸਵਾਲ ਤਾਂ ਉੱਤੇ ਉੱਠਣਗੇ। 4 ਬੰਦੇ ਤੁਹਾਡੇ ਨਾਲ ਖੜੇ ਆ ਤਾਂ 4 ਬੰਦੇ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ, ਹਨਾ ਜੀ। ਉਹ ਆਪਣੇ ਹਿਸਾਬ ਨਾਲ ਕੰਮ ਕਰ ਰਿਹਾ, ਅਸੀਂ ਆਪਣੇ ਹਿਸਾਬ ਨਾਲ ਕੰਮ ਕਰ ਰਹੇ ਹਾਂ, ਜਥੇਬੰਦੀਆਂ ਆਪਣੇ ਹਿਸਾਬ ਨਾਲ ਕੰਮ ਕਰ ਰਹੀਆਂ, ਔਰ ਸਰਕਾਰਾਂ ਜਿਹੜੀਆਂ ਮੋਰਚੇ ਨੂੰ ਤੋੜਨ ਦੇ ਕੋਸ਼ਿਸ਼ 'ਚ ਲੱਗੀਆਂ ਉਹ ਆਪਦੇ ਹਿਸਾਬ ਨਾਲ ਕੰਮ ਕਰ ਰਹੀਆਂ। ਅੱਛਾ, ਤੇ ਗੱਲਬਾਤ ਕਰਦੇ ਆ ਪਿੱਛੇ ਪਿੰਡ ਵਾਲਿਆਂ ਨਾਲ। ਜਿਹੜੀਆਂ ਜਥੇਬੰਦੀਆਂ ਅਗਵਾਈ ਕਰ ਰਹੀਆਂ ਉਹਨਾਂ ਦੀ ਅਗਵਾਈ ਨੂੰ ਕਿਵੇਂ ਦੇਖਦੇ ਹੋ? ਅਗਵਾਈ ਸਾਰੀ ਜਥੇਬੰਦੀਆਂ ਦੀ ਸਹੀ ਆ, ਕਿਸਾਨੀ ਮੁੱਦੇ ਤੇ ਹੀ ਆ, ਕੋਈ ਕਿਸਾਨ ਮੁੱਦੇ ਤੋਂ ਪਾਸੇ ਤਾਂ ਕੋਈ ਨਹੀਂ ਜਾਂਦਾ। ਜੋ ਵੀ ਨਾਲ ਆਪਣੇ ਜਥੇਬੰਦੀਆਂ ਦੇ ਰਲੇ ਆ ਜਾਂ ਉੱਥੇ ਸਟੇਜ ਤੇ ਜਾਂਦੇ ਆ, ਜੋ ਦੂਜੇ ਸਾਰੇ ਨਾਲ ਹੀ ਆ। ਇਹ ਤਾਂ ਗਵਰਨਮੈਂਟ ਦੀ ਸਿਆਸਤ ਹੁੰਦੀ ਆ ਵੀ ਪਾੜ ਕੇ ਕਿਸੇ ਨੂੰ ਕਹਿ ਦਾਂਗੇ ਵੀ ਆ ਫਲਾਣੇ ਦੇ ਨਾਲ, ਦੂਜੇ ਦੇ ਨਾਲ ਆ। ਉਹ ਪਾੜਨ ਦੀਆਂ ਸਿਆਸਤਾਂ ਉਹ 'ਚ ਕਾਮਯਾਬ ਵੀ ਕੁਛ ਹੱਦ ਤੱਕ 26 ਜਨਵਰੀ ਤੁਸੀਂ ਦੇਖਿਆ ਹੀ ਹੋਈ ਆ। ਉਹ ਕਾਮਯਾਬ ਚਲੋ ਪੂਰੇ ਨਹੀਂ ਹੋਏ, ਉਹ ਚਲੋ ਆਪਣੇ ਨਾਲ ਜੋ ਹੈਗੀ ਆ ਜਨਰੇਸ਼ਨ ਨਵੀਂ ਤੁਰੀ ਆ ਉਹ ਹੁਣ ਵੀ ਜਾਂਦੀ ਆ। ਉਹ ਤਾਂ ਅਫਵਾਹਾਂ ਹੈ ਵੀ ਉਹ ਲੱਖੇ ਦੇ ਮਗਰ ਸੀ ਜਾਂ ਦੂਜੇ ਦੇ ਮਗਰ ਸੀ, ਉਹ ਅੱਜ ਆਪਣੇ ਨਾਲ ਹੀ ਆ, ਲੱਖੇ ਦੇ ਨਾਲ ਵੀ, ਲੱਖਾ ਆਪਣੇ ਨਾਲ ਵੀ ਆ। ਉਹ ਤਾਂ ਉਹਨਾਂ ਦੇ ਗਵਰਨਮੈਂਟ ਨੂੰ ਪਾੜਨ ਦੀ ਸੀਗੀ ਵੀ ਇਹਨਾਂ ਨੂੰ ਪਾਸੇ ਕਰ ਦਈਏ, ਪਾਸੇ ਕਰਨ ਦੀ ਸਿਆਸਤ ਸੀਗੀ। ਪਿੰਡ ਦਾ ਕੀ ਮਾਹੌਲ ਹੈ? ਪਿੰਡ ਦੇ ਵਿੱਚੋਂ ਕਿਵੇਂ ਲੋਕ, ਤੁਸੀਂ ਕਿਵੇਂ ਡਿਊਟੀਆਂ ਲੱਗੀਆਂ ਜਥੇਬੰਦੀਆਂ ਤੁਹਾਡੇ ਪਿੰਡ ਦੇ ਵਿੱਚ? ਮੁੱਖ 3 ਜਥੇਬੰਦੀਆਂ ਐਕਟਿਵ ਦੇਖੀਆਂ, ਹੋਰ ਵੀ ਹੋਣਗੀਆਂ। ਪਿੰਡ ਦੇ ਵਿੱਚੋਂ ਕਿਵੇਂ ਡਿਊਟੀਆਂ ਲੱਗਦੀਆਂ, ਜਾਣ ਬਾਰੇ ਕੀ ਪ੍ਰੋਗਰਾਮ ਹੈ, ਕਿਵੇਂ ਬੰਦੇ ਜਾਂਦੇ ਆ, ਇਹਦੀ ਬਾਰੇ ਵੀ ਜਾਣਕਾਰੀ ਦਿਓ। ਉਹੀ 3 ਜਥੇਬੰਦੀਆਂ ਦੇ ਜਿਵੇਂ 5 ਜਾਂ 6 ਬੰਦੇ ਟ੍ਰੇਨ ਤੇ 10:30-40 ਤੇ ਆਉਂਦੀ ਆ, ਉਹਦੇ ਤੇ ਚੜਾ ਕੇ ਆਉਣੇ ਆ। ਕੋਈ 5 ਦਿਨਾਂ ਤੋਂ, ਕੋਈ 6 ਦਿਨਾਂ ਤੋਂ, ਕੋਈ 7 ਦਿਨਾਂ ਤੋਂ ਵੀ, 7 ਦਿਨਾਂ ਵੀ ਆ, ਤਾਂ 20 ਦਿਨ ਵਾਲੇ ਵੀ, 2-2 ਮਹੀਨੇ ਵਾਲੇ ਵੀ ਆ ਬੰਦੇ ਇੱਥੇ ਬੈਠੇ ਜਿਹੜੇ 2-2 ਮਹੀਨੇ ਉੱਥੇ ਲਾ ਕੇ ਆਏ ਆ। ਕੁੱਲ ਲਗਭਗ 3.5 ਮਹੀਨੇ ਹੋਣ ਵਾਲੇ ਆ। 26ਵਾਂ ਜਥਾ ਰਾਤ ਚੜਾ ਕੇ ਆਏ 10:40 ਟ੍ਰੇਨ ਤੇ। 26ਵਾਂ ਜਥਾ ਜਾ ਚੁੱਕਿਆ। ਅੱਛਾ, ਇੱਕ ਜਥਾ ਜਿਹੜੇ ਘੱਟ ਤੋਂ ਘੱਟ ਕਿੰਨੇ ਦਿਨ ਰੱਖਿਆ ਉਹਦੇ ਵਾਸਤੇ ਵੀ ਇੰਨੇ ਦਿਨ ਤਾਂ ਤੁਸੀਂ ਲਾਉਣੇ ਹੀ ਲਾਉਣੇ ਆ? ਉਹ ਰੱਖਿਆ ਹਫ਼ਤਾ, ਕਈਆਂ ਦੀ ਮਜਬੂਰੀ ਹੁੰਦੀ ਹੈ, ਕਈਆਂ ਨੂੰ 4 ਦਿਨ ਲਾਉਂਦਾ, ਕੋਈ 3 ਦਿਨ ਲਾਉਂਦਾ, ਕੋਈ 2 ਦਿਨ ਲਾਉਂਦਾ, ਕਿਸੇ ਨੂੰ ਕੁਛ ਫੋਨ ਫਾਨ ਜਾ ਵੜਦਾ ਵੀ ਆਪਾਂ ਨੂੰ ਜ਼ਰੂਰੀ ਕੰਮ ਹੈ, ਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ, ਕੋਈ ਮਰਗ ਸ਼ਰਗ ਹੋ ਜਾਂਦੀ, ਉਹਦੇ ਵਿੱਚ ਵਾਪਸੀ ਵੀ ਕਰਨੀ ਪੈਂਦੀ ਆ। ਪਰ 7 ਦਿਨ ਵਾਲੀ ਆ ਤਾਂ 20 ਦਿਨ ਵਾਲੀ ਵੀ ਤੁਹਾਨੂੰ ਦੱਸਿਆ ਤਾਂ ਹੈ, ਜਾਂ ਕਿ ਲਗਭਗ 7ਵੇਂ 8ਵੇਂ ਦਿਨ ਜਥਾ, ਮਤਲਬ ਕਿ 6ਵੇਂ ਦਿਨ ਵੀ ਜਥਾ ਚੜ੍ਹਦਾ ਹੈ 4-5 ਬੰਦਿਆਂ ਦਾ, ਇੱਕ ਜਥੇਬੰਦੀ ਦਾ। ਅੱਛਾ, ਨੌਜਵਾਨਾਂ ਦੇ ਵਿੱਚ ਕਿਵੇਂ ਉਤਸ਼ਾਹ ਹੈ ਇਸ ਸਾਰੇ ਗੱਲ ਨੂੰ ਲੈ ਕੇ? ਨੌਜਵਾਨ ਕੀ ਸੋਚ ਰਿਹਾ ਅੱਜ ਪਿੰਡ ਦਾ ਕਿਸਾਨੀ ਮੋਰਚੇ ਬਾਰੇ? ਕੋਈ ਕਮਜ਼ੋਰੀ ਆਈ ਹੈ, ਕੋਈ ਉਹ ਪਿੱਛੇ ਹਟੇ ਆ, ਜਾਂ ਉਸੇ ਤਰੀਕੇ ਦੇ ਨਾਲ ਹੀ ਪੂਰੇ ਜੋਸ਼ ਦੇ ਨਾਲ? ਨਹੀਂ, ਨੌਜਵਾਨਾਂ ਦੇ ਵਿੱਚ ਕੋਈ ਕਮਜ਼ੋਰੀ ਨਹੀਂ ਆਈ, ਕੋਈ ਖੜੋਤ ਨਹੀਂ ਆਏ। ਨੌਜਵਾਨ ਸਮਾਂ ਦੀ ਜਦੋਂ ਦਾ ਇਹ ਅੰਦੋਲਨ ਚੱਲਿਆ ਉਦੋਂ ਦਾ ਪਹਿਲਾਂ ਜਥੇਬੰਦੀਆਂ ਦੇ ਨਾਲ ਜ਼ਿਆਦਾ ਬਜ਼ੁਰਗ ਲੋਕ ਹੀ ਹੁੰਦੇ ਸੀਗੇ। ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਨੌਜਵਾਨ ਵਰਗ ਨਾਲ ਜੁੜਿਆ ਸੰਬੰਧੀ ਜਥੇਬੰਦੀਆਂ ਦੇ ਨਾਲ, ਤੇ ਬਹੁਤ ਹੀ ਸਹਿਯੋਗ ਦੇ ਰਿਹਾ। ਨੌਜਵਾਨਾਂ ਦੇ ਕਰਕੇ ਅੱਜ ਵੀ ਜਿਹੜਾ ਆਪਣਾ ਅੰਦੋਲਨ ਆ ਇਹ ਸਿਖਰਾਂ ਤੇ ਆ। ਹਾਂਜੀ। ਅੱਛਾ, ਇੱਕ ਹੋਰ ਗੱਲ ਹੈ, ਜਿਵੇਂ ਉਹਨਾਂ ਨੇ ਡਿਊਟੀ ਦੀ ਗੱਲ ਦੱਸੀ, ਜਿਵੇਂ ਹੁਣ ਅੱਗੇ ਵਾਢੀ ਦਾ ਸੀਜ਼ਨ ਆ ਜਾਣਾ, ਕਣਕ ਦਾ ਸੀਜ਼ਨ ਆ ਜਾਣਾ, ਉਦੋਂ ਕਿਵੇਂ ਫਰਜ਼ ਨਿਭਾਇਆ ਜਾਵੇਗਾ? ਜਿਹੜੇ ਉੱਥੇ ਲੋਕ ਬੈਠੇ ਆ ਉਹ ਆਪਣਾ ਉੱਥੇ ਡਿਊਟੀ ਨਿਭਾ ਰਹੇ ਆ, ਪਿੰਡ ਦੇ ਵਿੱਚ ਉਹਨਾਂ ਦੀ ਫਸਲ ਦੀ ਜਿਹੜੀ ਆ ਕਟਾਈ ਸੰਭਾਈ, ਉਹਦਾ ਕੀ ਪ੍ਰੋਗਰਾਮ ਹੈ? ਉਹਦੇ ਅਸੀਂ ਸਾਰੇ ਪ੍ਰਬੰਧ ਕਰਾਂਗੇ। ਜਿਹੜੇ ਉੱਥੇ ਲੋਕ ਸਾਰੇ ਲੋਕ ਜਿਵੇਂ ਵੀ 10-10 ਇੱਕ ਇਕਾਈ ਦੇ ਹੋ ਗਏ, ਉਹ ਤਾਂ ਉੱਥੇ ਰਹਿਣਗੇ ਹੀ। ਤੁਹਾਨੂੰ ਪਤਾ ਹੁਣ ਮਸ਼ੀਨੀ ਯੁੱਗ ਆ ਗਿਆ, ਵਾਢੀ ਦਾ ਵੀ ਹਫ਼ਤੇ ਕੁ ਦਾ ਹੁੰਦਾ, ਹਫ਼ਤੇ ਦੇ ਵਿੱਚ ਸਾਰਾ ਕੰਮ ਨਿਬੜ ਜਾਂਦਾ। ਕੋਈ ਏਡਾ ਕੋਈ ਲੰਮਾ ਚੌੜਾ ਪ੍ਰੋਗਰਾਮ ਹੈ ਨਹੀਂਗਾ, ਕੋਈ ਵੱਡੀ ਸਮੱਸਿਆ ਨਹੀਂ ਇਹ। ਅੱਛਾ, ਇੱਕ ਹੋਰ ਗੱਲ ਹੈ, ਇੱਕ ਜਥੇਬੰਦੀਆਂ ਤੇ ਸਵਾਲ ਉੱਠਦਾ ਜੀ, ਇਹ ਤਾਂ ਕਾਮਰੇਡ ਹੈ, ਬੜੀ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਹੈ ਕਾਮਰੇਡਾਂ ਦੀਆਂ ਜਥੇਬੰਦੀਆਂ। ਅਗਰਾਹਾਂ ਤੇ ਇੱਕ ਵੱਡੀ ਗਿਣਤੀ ਤੁਹਾਡੀ ਜਥੇਬੰਦੀ ਦਾ ਤੁਹਾਡਾ ਟੈਗ ਬਿੱਲਾ ਲੱਗਿਆ ਅਗਰਾਹਾਂ ਦਾ, ਅਗਰਾਹਾਂ ਤੇ ਸਵਾਲ ਉੱਠਦਾ, ਕੀ ਮੰਨਦੇ ਹੋ ਇਹਨੂੰ? ਬਿਲਕੁਲ ਜੀ, ਅਸੀਂ ਜਿਹੜਾ ਚੈਨਲ ਮੀਡੀਆ ਸਰਕਾਰ ਦਾ, ਇਹ ਪਹਿਲਾਂ ਇਹਨਾਂ ਨੇ ਕਿਹਾ ਸੀ ਇਹ ਖਾਲਿਸਤਾਨੀ ਆ। ਉਸ ਤੋਂ ਬਾਅਦ ਜਦੋਂ ਬੁੱਧੀਜੀਵੀਆਂ ਦਾ ਦਿਨ ਮਨਾਇਆ ਸੀਗਾ, ਮਾਨਵ ਅਧਿਕਾਰ ਦਿਵਸ, ਤਾਂ ਇਹਨਾਂ ਨੇ ਕਿਹਾ ਵੀ ਇਹ ਕਾਮਰੇਡ ਆ ਜਾਂ ਇਹ ਨੈਕਸਲਾਈਟ ਆ। ਪਰ ਤੁਸੀਂ ਦੇਖੋ ਪਿੱਛੇ ਅੰਦੋਲਨ ਹੋਏ, ਚਾਚਾ ਜੀਤ ਸਿੰਘ ਨੇ ਜਦੋਂ ਅੰਦੋਲਨ ਕੀਤਾ, ਠੱਪਾ ਉਹਨਾਂ ਦੇ ਵੀ ਕਾਮਰੇਡ ਦਾ ਲੱਗਿਆ। ਇਹ ਠੱਪਾ ਲਾਉਣ ਨਾਲ ਕੋਈ ਬਣ ਨਹੀਂ ਜਾਂਦਾਗਾ। ਲੋਕਾਂ ਦੇ ਹੱਕਾਂ ਵਾਸਤੇ ਲੜਦੇ ਰਵਾਂਗੇ। ਤੇ ਦੂਜੀ ਜਿਹੜੀ ਗੱਲ ਆਈ ਹੈ ਨੌਜਵਾਨੀ ਵਰਸਸ ਬੁੱਢੀ ਲੀਡਰਸ਼ਿਪ, ਇਹ ਸਰਕਾਰ ਦਾ ਬਹੁਤ
ਜ਼ਬਰਦਸਤ ਜ਼ੋਰ ਲੱਗਿਆ ਹੋਇਆ। ਬਿਲਕੁਲ ਪਰ ਅਸੀਂ ਇਹ ਕਹਿੰਦੇ ਵੀ ਨੌਜਵਾਨ ਕਿਸੇ ਇੱਕ ਪਾਰਟੀ ਦੇ ਮੁਹਤਾਜ ਨਹੀਂ ਹੁੰਦੇ। ਨੌਜਵਾਨ ਭਾਰਤੀ ਜਨਤਾ ਪਾਰਟੀ 'ਚ ਵੀ ਹੈਗੇ ਆ, ਨੌਜਵਾਨ ਕਾਂਗਰਸ ਦੇ ਵਿੱਚ ਵੀ ਹੈਗੇ ਆ, ਨੌਜਵਾਨ ਆਮ ਆਦਮੀ 'ਚ ਵੀ ਹੋਣਗੇ ਤੇ ਨੌਜਵਾਨ ਅਕਾਲੀ ਦਲ 'ਚ ਵੀ ਹੈਗੇ ਆ। ਪਰ ਅਗਵਾਈ ਉਹਨਾਂ ਦੀ ਬੁੱਢੇ ਲੀਡਰਸ਼ਿਪ ਹੀ ਕਰ ਰਹੀ ਹੈ ਨਾ ਅੱਗੇ, ਕਿਉਂਕਿ ਜਿਹੜੇ ਇਹ ਤਰ੍ਹਾਂ ਹੀ ਹਰੇਕ ਜਥੇਬੰਦੀ ਦੇ ਵਿੱਚ ਨੌਜਵਾਨ ਹੈਗੇ ਆ। ਜਿਹੜਾ ਇਹਨਾਂ ਦਾ ਇਹ ਭਰਮ ਆ ਉਹ 23 ਮਾਰਚ ਨੂੰ ਤੋੜਨ ਜਾ ਰਹੇ ਆ। ਸ਼ਹੀਦ ਭਗਤ ਸਿੰਘ ਦਿਹਾੜਾ ਮਨਾਵਾਂਗੇ, ਵੱਡੀ ਗਿਣਤੀ 'ਚ ਨੌਜਵਾਨ ਜਾਣਗੇ। ਹਾਂ, ਪਰ ਨੌਜਵਾਨ ਹਰ ਇੱਕ ਤਰ੍ਹਾਂ ਦੇ ਨੌਜਵਾਨ ਪੋਲਿੰਗ ਬੂਥਾਂ ਦੇ ਕਬਜ਼ੇ ਵੀ ਕਰਦੇ ਆ। ਹਰ ਤਰ੍ਹਾਂ ਦੇ ਨੌਜਵਾਨ ਪੁਲਿਸ 'ਚ ਵੀ ਆ, ਨੌਜਵਾਨ ਫੌਜ 'ਚ ਵੀ ਆ। ਨੌਜਵਾਨ ਕਿਸੇ ਇੱਕ ਪਾਰਟੀ ਦੇ ਨਾਲ ਮੁਹਤਾਜ ਨਹੀਂ ਹੁੰਦੇ। ਜੇ ਅਸੀਂ ਕਹਿ ਦਈਏ ਸਾਰੇ ਨੌਜਵਾਨ ਸਾਡੇ ਨਾਲ ਨਹੀਂ, ਅਸੀਂ ਨਹੀਂ ਕਹਿ ਸਕਦੇ ਗੇ। ਹਾਂਜੀ, ਮਤਲਬ ਇਹ ਜਿਹੜੀ ਗੱਲ ਹੈ ਸਾਂਝਾ ਸੰਘਰਸ਼ ਹੈ, ਇਹ ਸਰਕਾਰ ਦੀ ਚਾਲ ਹੈ ਕਿ ਇਹਨੂੰ ਨੌਜਵਾਨਾਂ ਦਾ ਤੇ ਬਜ਼ੁਰਗਾਂ ਦੀ ਇੱਕ ਤਸਵੀਰ ਪੇਸ਼ ਕਰਕੇ ਇਹਨੂੰ ਪਾੜਿਆ ਜਾਵੇ। ਬਿਲਕੁਲ ਬਿਲਕੁਲ 40 ਸਾਲ ਦਾ ਤਜਰਬਾ ਬਜ਼ੁਰਗਾਂ ਦਾ ਸਾਡੇ ਜਿਹੜੇ ਆਗੂ ਲੜਦੇ ਆ ਰਹੇ ਆ। ਪਰ ਜੇ ਆਪਾਂ ਦੇਖੀ ਜਦੋਂ ਲੜਨ ਲੱਗੇ ਸੀ ਉਹ ਤਾਂ ਨੌਜਵਾਨ ਹੀ ਸੀ, ਉਹ ਨੌਜਵਾਨ ਸੀਗੇ, ਆਪਣੇ ਵਾਂਗੂ ਸੀ, ਸੰਘਰਸ਼ਾਂ ਦੇ ਵਿੱਚ ਹੀ ਬੁੱਢੇ ਹੋਏ ਆ। ਇਸੇ ਕਰਕੇ ਕਹਿੰਦੇ ਆ ਵੀ ਉਸ ਤਾਂ ਅੱਗੇ ਸਾਡੇ ਆਗੂ ਕਹਿੰਦੇ ਵੀ ਨੌਜਵਾਨ ਅੱਗੇ ਆਓ, ਆ ਰਹੇ ਆ, ਬਹੁਤ ਨੌਜਵਾਨ ਜਾਗਰੂਕ ਹੋਏ ਆ। ਪਰ ਜਦੋਂ ਅੱਗੇ ਲੜਦੇ ਲੜਦੇ ਆਪਾਂ ਵੀ ਜਾਵਾਂਗੇ ਤਾਂ ਅਕਸਰ ਆਪਾਂ ਵੀ ਤਾਂ ਬੁੱਢੇ ਹੋਵਾਂਗੇ। ਇਹ ਸਰਕਾਰ ਦੀ ਇੱਕ ਬਹੁਤ ਤਕੜੀ ਸਾਜ਼ਿਸ਼ ਆ, ਏਜੰਸੀਆਂ ਦਾ ਜ਼ੋਰ ਲੱਗਿਆ ਹੋਇਆ। ਅੱਛਾ, ਜਿਵੇਂ ਹੁਣ ਜਥੇਬੰਦੀਆਂ ਅੱਜ ਬੰਗਾਲ ਦੇ ਵਿੱਚ ਪਹੁੰਚੀਆਂ, ਕਲਕੱਤਾ ਇਲੈਕਸ਼ਨ ਹੋਣੇ ਆ, ਉੱਥੇ ਪਹੁੰਚੀਆਂ, ਉੱਥੇ ਵਿਰੋਧ ਕਰ ਰਹੀਆਂ ਕਿ ਬੀਜੇਪੀ ਨੂੰ ਵੋਟ ਨਹੀਂ ਪਾਉਣੀ। ਇਹਨੂੰ ਠੀਕ ਮੰਨਦੇ ਹੋ ਕਿ ਜਿਹੜਾ ਇਹ ਕੰਮ ਵੀ ਕਰਨਾ ਚਾਹੀਦਾ ਜਥੇਬੰਦੀਆਂ ਨੂੰ? ਸਿਰਫ ਬੀਜੇਪੀ ਹੀ ਨਹੀਂ, ਸਾਰੀਆਂ ਸਿਆਸੀ ਪਾਰਟੀਆਂ ਇਹ ਲੋਕਾਂ ਦੀਆਂ ਦੁਖੀ ਆ। ਇਹ ਸਾਰੀਆਂ ਪਾਰਟੀਆਂ ਇੱਕ ਮੱਤ ਆ। ਜਦੋਂ ਤੁਸੀਂ ਦੇਖੋ ਵੀ ਲਿਆਉਣ ਵਾਲੀ ਇਹਨਾਂ ਨੂੰ ਕਾਂਗਰਸ ਸਰਕਾਰ ਆ, ਲਾਗੂ ਕਰਨ ਵਾਲੀ ਭਾਜਪਾ, ਸੈਨ ਅਕਾਲੀ ਦਲ ਨੇ ਵੀ ਕੀਤੇ ਆ। ਸਾਰੀਆਂ ਸਿਆਸੀ ਪਾਰਟੀਆਂ ਕਿਹਾ ਕੇਜਰੀਵਾਲ ਨੇ ਵੀ ਆ ਦਿੱਲੀ 'ਚ ਨਾ ਆਓ, ਇੱਥੇ ਕਰੋਨਾ ਹੈਗਾ, ਉਦੋਂ ਕਰੋਨਾ ਦਾ। ਇਸ ਕਰਕੇ ਕੋਈ ਵੀ ਸਿਆਸੀ ਪਾਰਟੀ ਉਹ ਲੋਕਾਂ ਦੀ ਨਹੀਂ ਬਣ ਸਕਦੀ। ਲੋਕਾਂ ਨੂੰ ਇੱਕਮਤ ਹੋ ਕੇ ਸਿਆਸੀ ਪਾਰਟੀਆਂ ਤੋਂ ਪਾਸੇ ਹੋ ਕੇ ਇਹਨਾਂ ਦੇ ਪਰ ਮਿੱਟੀ ਖਿੱਚਣੀ ਪਊਗੀ, ਫਿਰ ਇਹ ਗੱਲ ਹੋਊਗੀ। ਤੇ ਲੱਗਦਾ ਵੀ ਹੈ ਵੀ ਜਿਵੇਂ ਮਾਹੌਲ ਪੰਜਾਬ ਦੇ ਵਿੱਚ ਬਣਿਆ। ਅੱਛਾ, ਇੱਕ ਗੱਲ ਹੋਰ ਹੈ, ਫਰੀਦਕੋਟ ਜ਼ਿਲ੍ਹਾ ਇੱਕ ਸਾਰੇ ਪੰਜਾਬ ਦੇ ਵਿੱਚੋਂ ਖਾਸ ਕਰਕੇ ਉਹਦਾ ਬਲਾਕ ਜੈਤੋ, ਇੰਨੀਆਂ ਜਥੇਬੰਦੀਆਂ ਐਕਟਿਵ ਹੈ, ਇੰਨੇ ਲੋਕ ਐਕਟਿਵ ਹੈ, ਫਿਰ ਵੀ ਇੱਕ ਸੀਟ ਭਾਜਪਾ ਲੈ ਗਈ ਐਮਸੀ ਦੀ। ਕੀ ਇਹ ਕਹਿਣਾ ਚਾਹੋਗੇ? ਸਾਡੇ ਜਿਹੜਾ ਜਥੇਬੰਦੀਆਂ ਦਾ ਮੋਰਚਾ ਲੱਗਾ ਹੋਇਆ ਕੋਟਪੁਰ ਸੁਨੀਤਾ ਗਰਗ ਦੇ ਬਾਹਰ ਅੱਗੇ, ਉਹਨਾਂ ਦੇ ਨੂੰਹ ਵੀ ਤੇ ਪੁੱਤ ਵੀ ਦੋਨੇ ਹਾਰੇ ਆ ਉਹ। ਬਿਲਕੁਲ, ਹਾਂ, ਇੱਥੇ ਠੀਕ ਆ ਵੀ ਜਥੇਬੰਦੀਆਂ ਦੀ ਪਹੁੰਚ ਨਹੀਂ ਹੋਈ। ਤਾਕਤ ਮੁਤਾਬਕ ਅਸੀਂ ਆਪਦਾ ਕੋਟਪੁਰੇ ਮੋਰਚਾ ਲਾਇਆ ਸੀਗਾ, ਉੱਥੇ ਬੈਠੇ ਆ। ਇਹ ਤਾਂ ਕਮਜ਼ੋਰੀ ਮੰਨਦੇ ਹੋ ਨਾ ਕਿ ਜਥੇਬੰਦੀਆਂ ਨੇ ਉਹ ਵਿਰੋਧ ਨਹੀਂ ਕੀਤਾ, ਉਹ ਜਿਹੜਾ ਲੋਕਾਂ 'ਚ ਪ੍ਰਚਾਰ ਨਹੀਂ ਕੀਤਾ ਕਿ ਇੱਥੋਂ ਜਿਹੜੀ ਸੀਟ ਗਈ ਹੈ ਕਿਤੇ ਨਾ ਕਿਤੇ ਸਵਾਲ ਹੈ? ਨਹੀਂ, ਅਸੀਂ ਕਮਜ਼ੋਰੀ ਨਹੀਂ ਮੰਨਦੇ। ਇਹਦੇ ਵਿੱਚ ਹੋ ਸਕਦਾ ਪਹਿਲਾਂ ਜਦੋਂ ਭਾਜਪਾ ਦੇ ਵਿੱਚ ਆਉਣ ਤੋਂ ਪਹਿਲਾਂ ਸਿੰਗਲ ਨੇ ਕੋਈ ਚੰਗੇ ਕੰਮ ਕੀਤੇ ਹੋਣਗੇ, ਕਿਉਂਕਿ ਲੋਕਾਂ ਨੂੰ ਜਿਹੜਾ ਕੋਈ ਚੰਗਾ ਕੰਮ ਕਰਦਾ ਉਹ ਚੰਗਾ ਹੀ ਹੈ। ਬੇਸ਼ੱਕ ਉਹ ਪਾਰਟੀ ਭਾਜਪਾ ਦੇ ਨਾਲ ਰਿਲੇਟਡ ਆ, ਪਰ ਉਸ ਤੋਂ ਪਹਿਲਾਂ ਉਸਦੇ ਕੋਈ ਜਿਹੜੇ ਕਾਰ ਵਿਹਾਰ ਕੀਤੇ ਸੀ ਪਿੰਡਾਂ ਦੇ ਵਿੱਚ, ਉਸ ਨੂੰ ਵੋਟ ਪਈ ਆ, ਨਾ ਕਿ ਭਾਜਪਾ ਨੂੰ। ਇਹ ਮੰਨਦੇ ਹੋ ਵੀ ਉਹਨੂੰ ਨਿੱਜੀ ਵੋਟ ਪਈ ਆ, ਭਾਜਪਾ ਨੂੰ ਨਹੀਂ ਤੁਸੀਂ ਕਹਿੰਦੇ ਆ? ਠੀਕ ਹੈ। ਨਾਲ ਹੀ ਇੱਕ ਨਾਰਾ ਲੱਗਦਾ ਹੈ ਕਿਸਾਨ ਮਜ਼ਦੂਰ ਏਕਤਾ, ਤਾਂ ਮਜ਼ਦੂਰ ਵੀ ਜਿਹੜਾ ਹੈ ਉਹ ਕਿਸਾਨਾਂ ਦੇ ਨਾਲ ਹੈ, ਇਹ ਵੀ ਉਹਨਾਂ ਤੋਂ ਜਾਣਦੇ ਆ। ਜਿਵੇਂ ਨਾਰਾ ਲਾਇਆ ਜਾਂਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕੀ ਵਾਕਈ ਜਿਹੜਾ ਪਿੰਡ ਦਾ ਮਜ਼ਦੂਰ ਆ ਉਹ ਪਿੰਡ ਦੇ ਕਿਸਾਨ ਦੇ ਨਾਲ ਖੜਾ ਹੈ? ਬਿਲਕੁਲ ਖੜਾ ਜੀ, ਕਿਸਾਨ ਦੇ ਨਾਲ ਖੜਾ ਹੈ, ਕਿਉਂਕਿ ਜਿਹੜਾ ਕਿਸਾਨ ਦਾ ਤੇ ਮਜ਼ਦੂਰ ਦਾ ਇੱਕ 9 ਮਾਸ ਦਾ ਰਿਸ਼ਤਾ। ਜੇਕਰ ਕਿਸਾਨ ਆ ਤਾਂ ਫੇਰ ਹੀ ਮਜ਼ਦੂਰ ਆ। ਮਜ਼ਦੂਰ ਤੇ ਕਿਸਾਨ ਇਹ ਇੱਕ ਪਹਿਲੂ ਨੇ। ਇਸ ਲਈ ਮਜ਼ਦੂਰ ਨੂੰ ਵੀ ਕਿਸਾਨ ਦੇ ਨਾਲ ਅੱਜ ਖੜਨਾ ਚਾਹੀਦਾ, ਤਾਂ ਕਿ ਜੇਕਰ ਕਿਸਾਨ ਖਤਮ ਹੁੰਦਾ ਤਾਂ ਮਜ਼ਦੂਰ ਉਸ ਤੋਂ ਪਹਿਲਾਂ ਖਤਮ ਹੁੰਦਾ। ਇਸ ਲਈ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਇਕਜੁੱਟ ਹੋ ਕੇ ਜਿਹੜਾ ਇਹ ਅੰਦੋਲਨ ਆ ਦਿੱਲੀ ਦੇ ਵਿੱਚ ਚੱਲ ਰਿਹਾ, ਉਹਦੇ ਵਿੱਚ ਭਰਮਾ ਹੰਗਾਰਾ ਜਿਹੜਾ ਦੇਣਾ ਚਾਹੀਦਾ। ਅੱਛਾ, ਨੌਜਵਾਨਾਂ ਬਾਰੇ ਜਿਹੜਾ ਗੱਲ ਕਹੀ ਜਾ ਰਹੀ ਹੈ ਕਿ ਨੌਜਵਾਨ ਤਾਂ ਜੀ ਦੀਪ ਤੇ ਲੱਖੇ ਨਾਲ ਸੀ, ਉਸ ਤੋਂ ਬਾਅਦ ਤਾਂ ਨੌਜਵਾਨ ਹੁਣ ਮੋਰਚੇ 'ਚ ਹੀ ਨਹੀਂ ਜਾ ਰਹੇ, ਜਿਹੜਾ ਪ੍ਰਚਾਰਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ, ਕਿੰਨੀ ਕੁ ਸੱਚਾਈ ਹੈ? ਨਹੀਂ, ਇਹਦੇ 'ਚ ਹੀ ਕੋਈ ਸੱਚਾਈ ਨਹੀਂ ਗੀ। ਨੌਜਵਾਨ ਪਹਿਲਾਂ ਵੀ ਮੋਰਚੇ ਦੇ ਨਾਲ ਸੀਗੇ, ਹੁਣ ਵੀ ਮੋਰਚੇ ਦੇ ਨਾਲ ਆ। ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਜੋ ਸਰਕਾਰਾਂ ਨੇ ਬਜ਼ੁਰਗ ਵਰਸਸ ਨੌਜਵਾਨ ਬਣਾਤਾ, ਪਰ ਇਹ ਨਹੀਂ, ਕਿਉਂ? ਬਜ਼ੁਰਗ ਸਾਡੇ ਆਦਰਸ਼ ਆ, ਠੀਕ ਆ, ਉਹਨਾਂ ਤੋਂ ਅਸੀਂ ਸੇਧ ਲੈਣੀ ਆ। ਪਰਿਵਾਰ ਦੇ ਵਿੱਚ ਵੀ ਆਪਾਂ ਕੰਮ ਕਰਦੇ ਆ ਜਾਂ ਖੇਤ ਬੰਨੇ ਕਿਤੇ ਵੀ ਜਦੋਂ ਆਪਾਂ ਕੋਈ ਗਲਤ ਕੰਮ ਕਰਦੇ ਆ ਜਾਂ ਕੁਛ, ਉਦੋਂ ਆਪਾਂ ਨੂੰ ਬਜ਼ੁਰਗ ਸੇਧ ਦਿੰਦੇ ਆ ਵੀ ਇੱਥੋਂ ਐਂ ਕਰ ਲਓ। ਉਸੇ ਕਰਕੇ ਜਿਹੜੇ ਸਾਡੇ ਆਗੂ ਆ, ਬਜ਼ੁਰਗ ਆਗੂ ਆ, ਉਹ 70 ਸਾਲ ਦੇ, ਉਹਨਾਂ ਦੇ ਤਜਰਬੇ ਆ। ਸਾਨੂੰ ਨੌਜਵਾਨਾਂ ਨੂੰ ਕਿਤੇ ਨਾ ਕਿਤੇ, ਜੇ ਸਾਨੂੰ ਨਹੀਂ ਕਿਤੇ ਕੋਈ ਗਲਤੀ ਹੁੰਦੀ ਆ ਤਾਂ ਨੌਜਵਾਨ ਬਜ਼ੁਰਗ ਸਾਨੂੰ ਸੇਧ ਦਿੰਦੇ ਆ। ਵੀ ਇਸ ਕਰਕੇ ਬਜ਼ੁਰਗਾਂ ਦਾ ਵੀ ਹੋਸ਼ ਦੇ ਨਾਲ ਜੋਸ਼ ਦਾ ਵੀ ਹੋਣਾ ਜ਼ਰੂਰੀ ਆ। ਜੇ ਨੌਜਵਾਨਾਂ 'ਚ ਜੋਸ਼ ਆ ਤੇ ਬਜ਼ੁਰਗ ਸਾਨੂੰ ਸਹੀ ਸੇਧ ਦਿੰਦੇ ਆ, ਜਿੱਥੇ ਕੋਈ ਸਾਥੋਂ ਵੀ ਗਲਤ ਕਦਮ ਨਾ ਪੱਟਿਆ ਜਾ ਸਕੇ। ਕਿਉਂ ਸਰਕਾਰਾਂ ਇਹ ਅੰਦੋਲਨ ਨੂੰ ਧਾਰਪੀਡੋ ਕਰਨਾ ਚਾਹੁੰਦੀਆਂ ਸੀਗੀਆਂ ਵੀ ਨੌਜਵਾਨ ਭੜਕ ਜਾਣ, ਉੱਥੇ ਬਜ਼ੁਰਗ ਲੀਡਰਸ਼ਿਪ ਦਾ ਹੋਣਾ ਬਹੁਤ ਜ਼ਰੂਰੀ ਆ, ਜੋ ਕਿ ਸਾਨੂੰ ਸੇਧ ਦਿੰਦੀ ਆ। ਜੇ ਤੁਸੀਂ ਵੇਖਿਆ ਹੋਵੇ, ਇੱਕ ਨਵਾਂ ਕਾਨੂੰਨ ਲੈ ਕੇ ਆਈ ਆ ਹੋਰ ਸਰਕਾਰ, ਉਸੇ ਆ ਜਿਹੜੇ 3 ਕਾਨੂੰਨ ਆ ਇਹਨਾਂ ਦੇ ਨਾਲ ਹੀ ਰਿਲੇਟਡ ਹੈ। FCI ਨੇ ਜਮ੍ਹਾਂਬੰਦੀਆਂ ਮੰਗੀਆਂ, ਫਸਲ ਦੀ ਜ਼ਮੀਨ ਦੀ ਜਿਹੜੀ ਜਾਣਕਾਰੀ ਮੰਗੀ ਹੈ ਕਿ ਉਨੀ ਫਸਲ ਖਰੀਦੀ ਜਾਊਗੀ ਜਿੰਨੀ ਜ਼ਮੀਨ ਨਾਂ ਤੇ ਕਿਸਾਨ ਦੇ। ਵੀ ਇਹਦੇ ਨਾਲ ਜਿਹੜਾ ਉਹ ਵਿਚੋਲੀਆ ਆੜਤੀਏ ਨੂੰ ਕਹਿ ਕੇ ਉਹਨੂੰ ਪਾਸੇ ਕਰਨ ਦੀ ਇੱਕ ਹੈ ਕਿ ਸਿੱਧੀ ਪੇਮੈਂਟ ਤੁਹਾਡੇ ਖਾਤੇ 'ਚ ਆਊਗੀ। ਕੀ ਇਹ ਮੰਨਦੇ ਹੋ ਕਿ ਜਿਹੜੇ ਇਹਦੇ ਨਾਲ ਕਿਸਾਨ ਨੂੰ ਫਾਇਦਾ ਹੋਵੇਗਾ? ਇਹ ਇੱਕ ਜਿਹੜੀ ਸਰਕਾਰੀ ਖਰੀਦ ਤੋਂ ਭੱਜਣ ਦਾ ਤਰੀਕਾ। ਰਾਜਸਥਾਨ 'ਚ ਪਹਿਲਾਂ ਵੀ
ਮਿਣ ਕੇ ਲੈਂਦੇ ਆ ਵੀ ਬਿੱਗੇ ਦੀ 5 ਮਣ ਜਾਂ 10 ਮਣ। ਇਹਦੇ ਨਾਲ ਸਾਡਾ ਘਰ ਪੂਰਾ ਨਹੀਂ ਹੋਣਾ। ਜਿਹੜਾ ਕਹਿੰਦੇ ਆ ਵੀ ਅੰਦੋਲਨ ਖਤਮ ਹੁੰਦਾ, ਇਹ ਖਤਮ ਨਹੀਂ, ਅਸੀਂ ਬੀਜਿਆ। ਅਸੀਂ ਦਰਖਤ ਲਾਉਣੇ, ਉਹਨੂੰ ਭਾਵੇਂ 20 ਸਾਲ ਫਲ ਨਾ ਲੱਗੇ, ਅਸੀਂ ਉਹਨੂੰ ਪੱਟਦੇ ਨਹੀਂ। ਅਸੀਂ ਜਿੱਤ ਕੇ ਉੱਠਾਂਗੇ। ਮੇਰਾ ਕਿਸੇ ਪਾਰਟੀ ਨਾਲ ਤਾਲੁਕ ਨਹੀਂ, ਫਲ ਦੀ ਉਡੀਕ ਕਰਦੇ ਰਹਿੰਦੇ ਆ। ਇਹ ਅਸੀਂ ਬੀਜਤਾ, ਉੱਥੇ ਧਰਨਾ ਬੀਜਿਆ ਸਾਡਾ, ਅਸੀਂ ਕਿ ਉਹਦੇ ਤੇ ਝੱਖੜ ਝੋਲੇ 100 ਕੁਛ ਆਊਗਾ, ਪਰ ਉਹ ਬੀਜਾ ਫਲ ਲੈ ਕੇ ਆਵਾਂਗੇ। ਹੁਣ ਅਸੀਂ ਗੱਲਬਾਤ ਹੋਰ ਪਾਸੇ ਵੀ ਕਰਦੇ ਹਾਂ, ਬਜ਼ੁਰਗ ਬੈਠੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅੱਛਾ, ਅਸੀਂ ਗੱਲਬਾਤ ਕੀਤੀ ਸਾਰਿਆਂ ਨਾਲ ਪਿੰਡ ਦੀਆਂ ਡਿਊਟੀਆਂ ਦੇ ਨਾਲ। ਜਿਵੇਂ ਲੰਮਾ ਹੋ ਗਿਆ ਮੋਰਚਾ, 100 ਦਿਨ ਦੇ ਕਰੀਬ, 100 ਤੋਂ ਪਲੱਸ ਦਿਨ ਹੋ ਗਏ ਆ, 26 ਤਰੀਕ ਨੂੰ ਪੂਰੇ 4 ਮਹੀਨਿਆਂ 'ਚ ਦਾਖਲ ਹੋ ਜਾਣਾ ਇਹਨੇ। ਕੀ ਲੱਗਦਾ ਨਹੀਂ ਕਿ ਮੋਰਚਾ ਜ਼ਿਆਦਾ ਲੰਮਾ ਹੋ ਗਿਆ ਤੇ ਲੋਕ ਕਿਤੇ ਨਾ ਕਿਤੇ ਪਿੱਛੇ ਹਟਣ ਲੱਗ ਜਾਣਗੇ ਜੇ ਹੋਰ ਲੰਮਾ ਜਾਂਦਾ ਤਾਂ? ਨਹੀਂ ਜੀ, ਇਹ ਮੈਨੂੰ ਤਾਂ ਇਹ ਲੱਗਦਾ ਵੀ ਜਿੰਨਾ ਲੰਮਾ ਜਾਂਦਾ ਉਹਨਾਂ ਜੋਸ਼ ਵੱਧ ਜਾਂਦਾ। ਅੱਜ ਤੁਸੀਂ ਜਾ ਕੇ ਉੱਥੇ ਵੇਖੋ, ਤੰਬੂ ਲਾਉਣ ਨੂੰ ਜਗ੍ਹਾ ਨਹੀਂ ਮਿਲਦੀ। ਜਿਹੜੀਆਂ ਟਰਾਲੀਆਂ ਖੜੀਆਂ ਸੀ ਉਵੇਂ ਦੀਆਂ ਉਵੇਂ ਖੜੀਆਂ, ਪਾਸੇ ਤੰਬੂ ਲੱਗ ਗਿਆ। ਜਿੰਨੀਆਂ ਟਰਾਲੀਆਂ ਸੀ ਉਹ ਤੋਂ ਜ਼ਿਆਦਾ ਇਕੱਠ ਹੁਣ ਹੋਰ ਆ। ਇਹ ਜਿਹੜੀਆਂ ਅਫਵਾਹਾਂ ਵੀ ਇਹ ਕਮਜ਼ੋਰ ਹੋ ਗਿਆ, ਕਮਜ਼ੋਰ ਨਹੀਂ ਹੋਇਆ, ਠੀਕ ਆ। ਜਿਹੜੇ ਪੱਕੇ ਇੱਟਾਂ ਦੇ ਘਰ ਬਣੀ ਜਾਂਦੇ ਆ ਉੱਥੇ, ਜਿਹੜੀਆਂ ਲੋਕ ਹੁਣ ਆਪਣਾ ਜਿਵੇਂ ਗਰਮੀ ਆ ਰਹੀ ਹੈ, ਫਰਿੱਜਾਂ ਲੈ ਕੇ ਜਾ ਰਹੇ ਆ, ਹੋਰ ਪ੍ਰਬੰਧ ਕਰ ਰਹੇ ਆ, ਕੀ ਇਹਨੂੰ ਮੰਨਦੇ ਹੋ ਕਿ ਇਹਦੇ ਨਾਲ ਹੁਣ ਮੋਰਚਾ ਹੋਰ ਵੀ ਤਾਕਤ ਦੇ ਵਿੱਚ ਹੈ? ਬਿਲਕੁਲ, ਹੋਰ ਵੀ ਤਾਕਤ ਦੇ ਵਿੱਚ ਆ। ਜਦੋਂ ਅਸੀਂ ਉੱਥੇ ਆਪਦੇ ਮਕਾਨ ਬਣਾ ਕੇ ਬਹਿ ਗਏ ਤਾਂ ਅਸੀਂ ਤਾਕਤ 'ਚ ਹੀ ਆ। ਤਾਕਤ ਦੇ ਵਿੱਚ ਹਾਂ, ਪੂਰੀ ਤਾਕਤ 'ਚ ਅਸੀਂ। ਜਿਹੜੀਆਂ ਜਥੇਬੰਦੀਆਂ ਤੇ ਸਵਾਲ ਉਠਾਉਂਦੀਆਂ ਸੋਸ਼ਲ ਮੀਡੀਆ ਦੇ ਉੱਤੇ, ਜਿਹੜੇ ਗੱਲਾਂ ਕਰਦੇ ਆ ਕਿ ਇਹ ਜਥੇਬੰਦੀਆਂ ਬੁੱਢੀ ਲੀਡਰਸ਼ਿਪ ਆ, ਪਿੱਛੇ ਵੀ ਗੱਲਬਾਤ ਕਰਕੇ ਆਏ ਕਿ ਬੁੱਢੀ ਲੀਡਰਸ਼ਿਪ ਆ, ਨੌਜਵਾਨਾਂ ਨੂੰ ਅੱਗੇ ਆਉਣ ਦੇਣਾ ਚਾਹੀਦਾ। ਕਿੰਨਾ ਕੁ ਸਹਿਮਤ ਹੋ ਇਹ ਗੱਲ ਦੇ ਨਾਲ? ਅਸੀਂ ਪੂਰੇ ਸਹਿਮਤ ਹਾਂ। ਨੌਜਵਾਨ ਹੀ ਜਿੱਤ ਕਰਨਗੇ, ਅਸੀਂ ਤਾਂ ਇਕੱਲਾ ਹੌਸਲਾ ਦੇਣ ਵਾਲੇ ਆ। ਠੀਕ ਹੈ, ਇਹ ਨੌਜਵਾਨਾਂ ਦਾ ਕੰਮ ਆ, ਨੌਜਵਾਨਾਂ ਨੇ ਹੀ ਸੰਭਾਲਣਾ। ਨੌਜਵਾਨਾਂ ਨੇ ਸੰਭਾਲਣਾ। ਹਾਂ, ਇਹ ਤੋਂ ਅੱਗੇ ਨੌਜਵਾਨਾਂ ਦੀ ਲੋੜ ਆ ਤੇ ਉਹੀ ਚੱਲਣੀ। ਅੱਛਾ, ਤਾਂ ਤੁਸੀਂ ਗੱਲਬਾਤ ਕੀਤੀ ਪਿੰਡ ਰੋੜੀ ਕਪੂਰਾ ਦੀ ਸੱਥ ਦੇ ਵਿੱਚ ਮੌਜੂਦ ਲੋਕਾਂ ਦੇ ਨਾਲ। 3 ਜਥੇਬੰਦੀਆਂ ਦੇ ਵੱਖੋ ਵੱਖਰੇ ਜਿਹੜੇ ਝੰਡੇ ਹੇਠ ਇੱਥੇ ਲੋਕ ਆਏ ਸੀ, ਤਾਂ ਉਹਨਾਂ ਕਿਹਾ ਕਿ ਸਾਨੂੰ ਜਥੇਬੰਦੀਆਂ ਦੇ ਉੱਪਰ ਭਰੋਸਾ ਹੈ, ਮੋਰਚਾ ਕਮਜ਼ੋਰ ਨਹੀਂ, ਮੋਰਚਾ ਤਾਕਤ ਫੜ ਚੁੱਕਿਆ ਹੈ। ਉਹਨਾਂ ਦੱਸਿਆ ਕਿ ਹਰ ਹਫ਼ਤੇ ਬਾਅਦ ਜਿਹੜੇ ਸਾਡੇ ਇੱਥੋਂ ਪਿੰਡ ਦੇ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ ਲੋਕ ਦਿੱਲੀ ਮੋਰਚੇ ਦੇ ਵਿੱਚ ਪਹੁੰਚ ਜਾਂਦੇ ਆ। ਉਹਨਾਂ ਨਾਲ ਇਹ ਵੀ ਸਪਸ਼ਟ ਕੀਤਾ ਕਿ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਬੁੱਢੀ ਲੀਡਰਸ਼ਿਪ ਵਰਸਸ ਨੌਜਵਾਨ, ਤਾਂ ਇਹ ਇੱਕ ਸਰਕਾਰ ਦੀ ਪਲੈਨਿੰਗ ਹੈ ਪਾੜਨ ਦੀ। ਜਿਹੜੇ ਨੌਜਵਾਨ ਹੈ ਉਹ ਵੀ ਮੋਰਚੇ ਦੇ ਨਾਲ ਹੈ, ਜਿਹੜਾ ਬਜ਼ੁਰਗ ਹੈ ਉਹ ਵੀ ਮੋਰਚੇ ਦੇ ਨਾਲ ਹੈ। ਲੀਡਰਸ਼ਿਪ ਦੀ ਜੇ ਉਹਨਾਂ ਨੇ ਗੱਲ ਕੀਤੀ ਤਾਂ ਉਹ ਕਹਿੰਦੇ ਜਦੋਂ ਲੀਡਰਸ਼ਿਪ ਸੀ ਸਾਡੀ, ਜਦੋਂ ਮੋਰਚੇ ਸਟਾਰਟ ਹੋਏ ਆ, ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਏ ਆ ਪਹਿਲਾਂ ਵਾਲੇ ਸਮਿਆਂ ਦੇ ਵਿੱਚ, ਤਾਂ ਉਦੋਂ ਉਹ ਵੀ ਨੌਜਵਾਨ ਸੀ। ਤਾਂ ਹੌਲੀ ਹੌਲੀ ਸਮੇਂ ਦੇ ਨਾਲ ਤਾਂ ਬਦਲਾਅ ਹੋਣਾ ਹੀ ਹੈ, ਪਰ ਉਹਨਾਂ ਦੀ ਜਿਹੜੀ ਅਗਵਾਈ ਹੈ, ਉਹਨਾਂ ਦੇ 40-40 ਸਾਲ ਦੇ ਤਜਰਬੇ ਹੈ ਤੇ ਸਾਨੂੰ ਉਹਨਾਂ ਤਜਰਬਿਆਂ ਤੇ ਭਰੋਸਾ ਹੈ। ਨਾਲ ਹੀ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਮੋਰਚਾ ਕਮਜ਼ੋਰ ਨਹੀਂ, ਤਾਕਤ ਫੜੇਗਾ। ਜਿੰਨਾ ਲੰਮਾ ਮੋਰਚਾ ਜਾਵੇਗਾ ਓਨਾ ਹੀ ਸਰਕਾਰ ਲਈ ਔਖਾ ਹੋਵੇਗਾ। ਤਾਂ ਇਹ ਮੋਰਚਾ ਕਾਮਯਾਬ ਹੈ। ਪਿੰਡਾਂ ਦੇ ਵਿੱਚ ਦੀ ਆਵਾਜ਼ ਹੈ, ਸੱਥਾਂ ਦੀ ਆਵਾਜ਼ ਹੈ। ਸੱਥ ਹੈ ਜਿਹੜੀ ਉਹ ਪਿੰਡ ਦੀ ਸੰਸਦ ਹੁੰਦੀ ਹੈ, ਤੇ ਪਿੰਡ ਦੀ ਸੰਸਦ ਦੀ ਆਵਾਜ਼ ਹੈ ਕਿ ਮੋਰਚਾ ਤਕੜਾ ਹੈ ਤੇ ਇਦੋਂ ਵੀ ਤਕੜਾ ਹੋਵੇਗਾ। ਕੈਮਰਾ ਪਰਸਨ ਲੈਮਨਦੀਪ ਦੇ ਨਾਲ ਮਨਿੰਦਰਜੀਤ ਸਿੱਧੂ, ਜਿੰਦਾਬਾਦ ਚੈਨਲ, ਫਰੀਦਕੋਟ।